11 ਵਜੇ ਕੋਰਟ ਨੂੰ ਖਿਲਾ ਕੇ ਪੁਲਿਸ ਉੱਥੇ ਸਾਰੇ ਪਾਸੇ ਲਾ ਕੇ ਵਕੀਲਾਂ ਨੂੰ ਆਉਣ ਦੀ ਵੀ ਮੁਸ਼ਕਿਲ ਆ ਗਈ ਸੀ ਸਾਡੇ, ਜਿਨ੍ਹਾਂ ਨੇ ਸਾਡਾ ਕੇਸ ਲੜਨਾ ਸੀ। ਕੀ ਇਹ ਗੈਂਗਸਟਰ ਸੀ ਅਸੀਂ ਕੋਈ? ਕੀ ਇਹ ਮਾਹੌਲ ਸਾਨੂੰ ਡਰਾਉਣ ਵਾਸਤੇ ਤੁਸੀਂ ਕ੍ਰੀਏਟ ਕਰ ਰਹੇ ਹੋ? ਇਹ ਕਿਸ ਭੁਲੇਖੇ ਦੇ ਵਿੱਚ ਫਿਰ ਰਿਹਾ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਜਿਵੇਂ ਕਾਂਗਰਸ ਦੇ ਲੋਕਾਂ ਨੂੰ ਕਿਸੇ ਨੂੰ ਬੱਸਾਂ ਦੀ ਬਾਡੀ ਦੀ ਫਾਈਲ ਵੇਖ ਕੇ ਚੁੱਪ ਕਰਾ ਲਿਆ, ਕਿਸੇ ਨੂੰ ਨਰੇਗਾ ਦੀ ਫਾਈਲ ਵੇਖ ਕੇ ਚੁੱਪ ਕਰਾ ਲਿਆ, ਕਿਸੇ ਨੂੰ ਫੂਡ ਸਪਲਾਈ ਦੇ ਟੈਂਡਰਾਂ ਦੀ ਫਾਈਲ ਵਿਖਾ ਕੇ ਚੁੱਪ ਕਰਾ ਲਿਆ। ਇਹ ਸੋਚਦੇ ਸੀ ਸ਼ਾਇਦ ਅਕਾਲੀ ਦਲ ਦੇ ਵਰਕਰਾਂ ਨੂੰ, ਅਕਾਲੀ ਦਲ ਦੇ ਲੀਡਰਾਂ ਨੂੰ ਵੀ ਉਸੇ ਤਰ੍ਹਾਂ ਚੁੱਪ ਕਰਾ ਲਾਂਗੇ, ਪਰ ਇਹ ਭੁਲੇਖੇ 'ਚ ਹੈ। ਤਕੜੇ ਹੋ ਕੇ, ਇਦੋਂ ਵੀ ਤਕੜੇ ਹੋ ਕੇ ਜਿੰਨਾ ਤਸ਼ੱਦਦ ਕਰੋਗੇ, ਜਿਹਦੇ ਤੇ ਜੀ ਕਰਦਾ FIR ਦੇ ਦਿਓ ਜੀ, ਜਿਹਦੇ ਤੇ ਜੀ ਕਰਦਾ ਉਹਨੂੰ ਅੰਦਰ ਚੱਕ ਕੇ ਮਾਰੋ ਜੀ। ਇਹ 8 PM ਵਾਲੀਆਂ FIR ਇਹ ਬੰਦ ਕਰਨੀਆਂ ਪੈਣਗੀਆਂ। ਐਂਡ ਮੈਂ ਇੱਕ ਗੱਲ ਬੜੀ ਕਲੈਰਿਟੀ ਨਾਲ ਦੱਸ ਦਿਆਂ, ਇਹ 8 PM ਵਾਲੇ ਟੈਲੀਫੋਨ ਤੋਂ ਬਾਅਦ ਮੈਨੂੰ ਵੀ ਪਤਾ ਲੱਗ ਗਿਆ ਸੀ ਕਿ ਇਹ ਕੰਮ ਹੋਣ ਵਾਲਾ। ਇਹਨਾਂ ਨੇ ਸੋਚਿਆ ਸੀ ਕਿ ਜਿਵੇਂ ਕਈ ਹੋਰ ਪਾਰਟੀਆਂ ਦੇ ਲੀਡਰ ਇੱਧਰ ਉੱਧਰ ਹੋ ਗਏ ਸਾਡੀਆਂ FIRਾਂ ਤੋਂ ਡਰਦੇ, ਕਿਤੇ ਵੀ ਭੱਜ ਜਾਣਗੇ। ਮੈਨੂੰ ਕਿਹਾ ਅਫਸਰਾਂ ਨੇ ਵੀ ਸਾਨੂੰ ਤੁਹਾਨੂੰ ਪਤਾ ਲੱਗ ਗਿਆ ਸੀ ਤੇ ਤੁਸੀਂ ਗਏ ਕਿਉਂ ਨਹੀਂ? ਲੜਾਈ ਲੜਾਂਗੇ ਲੋਕਾਂ ਦੀ, ਭੱਜਣ ਵਾਲਿਆਂ ਚੋਂ ਨਹੀਂ ਹੈ, ਡਰਨ ਵਾਲਿਆਂ ਚੋਂ ਨਹੀਂ ਹੈ। ਡਟ ਕੇ ਖੜਾਂਗੇ, ਇਨਜਸਟਿਸ ਦੇ ਖਿਲਾਫ ਲੜਾਂਗੇ। ਜਿੱਥੇ ਕਿਤੇ ਇਨਜਸਟਿਸ ਹੋਊਗੀ, ਜਿੱਥੇ ਕਿਤੇ ਬੇਇਨਸਾਫੀ ਹੋਊਗੀ, ਕਿਸੇ ਨਾਲ ਵੀ ਹੋਈ, ਹਿੱਕ ਢਾਹ ਕੇ ਲੜਾਂਗੇ ਆਪਦੀ। ਸੋ ਇਹ ਅੱਜ ਦੇ ਬੇਸਿਕ ਮੈਂ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼, ਚਲੋ ਮੈਂ ਬੇਲ ਆਰਡਰ ਤਾਂ ਤੁਹਾਨੂੰ ਵੈਸੇ ਵੀ ਜਿਹੜੀ ਲੀਗਲ ਟੀਮ ਹੈ ਉਹ ਐਗਜ਼ਾਮਿਨ ਕਰੂਗੀ। ਜਿਸ ਕਿਸੇ ਪੁਲਿਸ ਆਫਿਸਰ ਦਾ ਵੀ ਇਸ FIR ਦੇ ਵਿੱਚ, ਇਸ ਇਨਲੀਗਲ FIR ਦੇ ਵਿੱਚ ਰੋਲ ਹੋਇਆ, ਉਸ ਆਫਿਸਰ ਨੂੰ ਕੋਰਟ ਲੈ ਕੇ ਜਾਊਂਗਾ ਮੈਂ। ਆਈ ਵਿਲ ਨਾਟ ਲੈਟ ਦਿਸ ਮੈਟਰ ਰੈਸਟ। ਇਸ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਊਂਗਾ ਮੈਂ। ਫਿਰ ਉਹ ਰਿਪੀਟ ਕਰ ਦਿਆਂ, ਤਾਂ ਕਿ ਕਿਸੇ ਵਿਰੁੱਧ ਵੀ ਕੋਈ ਇਲੀਗਲ FIR ਜਾਂ ਕੰਮ ਕਰਨ ਤੋਂ ਪਹਿਲਾਂ ਕੋਈ ਵੀ ਆਫਿਸਰ 100 ਵਾਰੀ ਸੋਚੇ। ਥੈਂਕ ਯੂ ਜੀ। ਹਾਂਜੀ ਉਹ ਯਾਰ ਜਿਹੜਾ ਕੁਝ ਦਿਨ ਪਹਿਲਾਂ ਪਰਚਾ ਸਾਨੂੰ ਡਰਾਉਣ ਵਾਸਤੇ, ਸਾਨੂੰ ਇੰਟੀਮੀਡੇਟ ਕਰਨ ਵਾਸਤੇ ਕੀਤਾ ਗਿਆ ਸੀ, ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਕੀਤਾ ਗਿਆ ਸੀ, ਲੋਕਾਂ ਦੇ ਮੁੱਦੇ ਨਾ ਚੱਕ ਸਕੀਏ ਇਸ ਕਰਕੇ ਕੀਤਾ ਗਿਆ ਸੀ, ਉਸ ਬਾਰੇ ਜੋ ਸਹੀ ਤੱਥ ਤੁਹਾਡੇ ਰਾਹੀਂ ਲੋਕਾਂ ਤੱਕ ਪਹੁੰਚ ਸਕਣ, ਇਸ ਕਰਕੇ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਇਸ ਲੜਾਈ ਦੇ ਵਿੱਚ ਜਿਹੜਾ ਸੱਚਾਈ ਤੇ ਹਾਂ ਦਾ ਨਾਰਾ ਜਿਨ੍ਹਾਂ ਨੇ ਮਾਰਿਆ, ਤੁਹਾਡੇ ਰਾਹੀਂ ਉਹਨਾਂ ਦਾ ਧੰਨਵਾਦ ਕਰਦਾ। ਮੈਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦਾ, ਪ੍ਰਧਾਨ ਸਾਹਿਬ ਤੋਂ ਲੈ ਕੇ ਇੱਕ ਵਰਕਰ ਦਾ, ਸਮੁੱਚੀ ਲੀਡਰਸ਼ਿਪ ਦਾ, ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਸਿਰ ਤੇ ਹੱਥ ਵੀ ਰੱਖਿਆ ਤੇ ਪਰਿਵਾਰ ਨੂੰ ਵੀ ਬੜਾ ਹੌਸਲਾ ਦਿੱਤਾ। ਪਾਰਟੀ ਨੇ ਇੱਕ ਪਰਿਵਾਰ ਬਣ ਕੇ ਲੜਾਈ ਲੜੀ। ਸਮੁੱਚੀ ਪਾਰਟੀ ਦਾ ਧੰਨਵਾਦ ਹੈ। ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਹਿੰਮਤ ਤੇ ਹੌਸਲਾ ਬਖਸ਼ਿਆ ਤੇ ਇਸ ਲੜਾਈ ਨੂੰ ਤਕੜੇ ਹੋ ਕੇ ਲੜਨ ਵਾਸਤੇ ਮੈਨੂੰ ਹਿੰਮਤ ਦਿੱਤੀ। ਮੇਰੇ ਤੇ ਜਿਹੜੀ FIR ਕੀਤੀ ਗਈ, FIR ਹੈ ਫॉर uploading a morphed video to harm the reputation of the Chief Minister for political gains। ਆ FIR ਹੈ ਜਿਹੜੀ ਮੇਰੇ ਤੇ ਕੀਤੀ ਗਈ। FIR ਦੇ ਵਿੱਚ ਧਾਰਾਵਾਂ 468, 69, 500 IPC, 43 ਤੇ 66 ਜਿਹੜੀਆਂ IT ਐਕਟ ਦੀਆਂ। ਸਭ ਇਹਨਾਂ ਚੀਜ਼ਾਂ ਤੇ ਆਉਣ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਚਾਹੂੰਗਾ ਕਿ ਕਿੰਨੀ ਕਾਹਲੀ 'ਚ ਤੇ ਕਿਸ ਸਪੀਡ ਨਾਲ ਇਹ FIR ਦਰਜ ਕੀਤੀ ਗਈ। ਤੁਸੀਂ ਦੇਖੋ, ਇਹ FIR ਸਭ ਤੋਂ ਪਹਿਲਾਂ ਤਾਂ ਔਨ ਦ ਕੰਪਲੇਂਟ ਆਫ ਇੰਸਪੈਕਟਰ ਸੰਦੀਪ ਸਿੰਘ, ਜਿਹੜੇ ਸਾਈਬਰ ਕ੍ਰਾਈਮ ਦਾ ਜਿਹੜਾ ਥਾਣਾ ਉਹਦੇ SHO ਨੇ, ਉਹਨਾਂ ਦੀ ਕੰਪਲੇਂਟ ਤੇ FIR ਦਰਜ ਕੀਤੀ ਗਈ। ਕੰਪਲੇਂਟ ਮਟੌਰ ਥਾਣੇ 'ਚ ਉਹਨਾਂ ਨੇ ਦਿੱਤੀ ਜੀ 26 ਤਰੀਕ ਨੂੰ ਰਾਤ 12:18 ਤੇ। ਇਹ ਅੱਧੀ ਰਾਤ ਵਾਲੀਆਂ FIRਾਂ 'ਚੋਂ ਹੈ।
12:18 ਤੇ ਕੰਪਲੇਂਟ ਦਿੱਤੀ ਉਹਨਾਂ ਨੇ ਮਟੌਰ ਥਾਣੇ। 12:20 ਤੇ 2 ਮਿੰਟਾਂ ਦੇ ਅੰਦਰ ਅੰਦਰ ਜਰਨਲ ਡਾਇਰੀ ਰੈਫਰੈਂਸ ਕੀਤਾ ਗਿਆ, ਉਹਦਾ ਨੰਬਰ ਵੀ ਜਾਰੀ ਹੋ ਗਿਆ 3 ਨੰਬਰ। ਤੇ 1:40 ਰਾਤ ਨੂੰ 26 ਤਰੀਕ ਨੂੰ FIR ਦਰਜ ਕਰ ਦਿੱਤੀ ਜਾਂਦੀ। ਸੋ ਜਿਵੇਂ ਮੈਂ ਜ਼ਿਕਰ ਕੀਤਾ ਉਹਨਾਂ ਦੀ ਕੰਪਲੇਂਟ ਦੇ ਵਿੱਚ ਜਿਹੜਾ ਸੰਦੀਪ ਸਿੰਘ ਨੇ ਕੰਪਲੇਂਟ ਦਿੱਤੀ SHO ਮਟੌਰ ਨੂੰ, ਟਵੀਟ ਆਫ ਫੋਰਜਡ ਐਂਡ ਮੋਫਡ ਵੀਡੀਓ to harm the reputation of CM Punjab for political gain by Twitter handle Paramband Singh Romana। ਸਭ ਤੋਂ ਪਹਿਲਾਂ ਤਾਂ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ, ਜਿਹੜੀਆਂ ਮੌਫਡ ਵੀਡੀਓਜ਼, ਡਾਕਟਰਡ ਵੀਡੀਓਜ਼, ਫੇਕ ਵੀਡੀਓਜ਼, ਇਹ ਆਮ ਆਦਮੀ ਪਾਰਟੀ ਦੀ ਸਪੈਸ਼ਲਿਟੀ ਤੇ ਭਗਵੰਤ ਮਾਨ ਦੀ ਸਪੈਸ਼ਲਿਟੀ ਹੈ। ਅਸੀਂ ਇਹ ਕੰਮ ਨਹੀਂ ਕਰਦੇ। ਜਿਹੜੀ ਇਹ ਵੀਡੀਓ ਜਿਹਦੇ ਕਰਕੇ ਇਹ FIR ਲੌਜ ਹੋਈ ਹੈ, ਇਹ YouTube ਤੇ 11 ਦਸੰਬਰ 2015 ਦੀ ਅਪਲੋਡ ਹੈ ਤੇ ਅੱਜ ਇਸ ਘੜੀ ਤੇ ਵੀ ਇਹ ਮੌਜੂਦ ਹੈ। ਅੱਜ ਵੀ YouTube ਤੇ ਹੁਣੇ ਖੋਲ ਕੇ ਵੇਖ ਲਓ। ਉਹਦੀ ਟਾਈਟਲ ਹੈ ਕੰਵਰ ਗਰੇਵਾਲ ਇਨਸਲਟਿੰਗ ਭਗਵੰਤ ਮਾਨ। ਇਹ ਵੀਡੀਓ ਫਾਰਵਰਡ ਹੁੰਦੀ ਆਈ, ਸ਼ੇਅਰ ਹਜ਼ਾਰਾਂ ਲੋਕਾਂ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ। ਤੁਸੀਂ ਦੇਖੋ 2015 ਦੀ, ਅੱਜ 8 ਸਾਲ ਹੋ ਗਏ, 11 ਦਸੰਬਰ ਦੀ ਅਪਲੋਡ ਹੋਈ ਵੀ ਹੈ। 8 ਸਾਲਾਂ 'ਚ ਹਜ਼ਾਰਾਂ ਲੋਕਾਂ ਨੇ ਇਹ ਵੀਡੀਓ ਸ਼ੇਅਰ ਕੀਤੀ, ਪੋਸਟ ਕੀਤੀ, ਰੀਪੋਸਟ ਕੀਤੀ, ਕਮੈਂਟ ਕੀਤੇ, ਲਾਈਕ ਕੀਤੇ, ਤੇ ਪਰ ਪਰਚਾ ਕੇਵਲ ਮੇਰੇ ਤੇ ਕੀਤਾ ਗਿਆ ਇਸ ਵੀਡੀਓ ਕਰਕੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਕਾਂਗਰਸ ਦੇ ਕੁਝ ਲੀਡਰਾਂ ਨੇ ਵੀ ਇਹ ਪੋਸਟ ਕੀਤੀ ਹੈ, ਪਰ ਕਾਂਗਰਸ ਨਾਲ ਤਾਂ ਸਮਝੌਤਾ, ਉਹਨਾਂ ਤੇ ਤਾਂ ਕੋਈ ਐਕਸ਼ਨ ਹੋਣਾ ਨਹੀਂ। ਆਪਾਂ ਨੂੰ ਸਭ ਨੂੰ ਪਤਾ ਹੈ। ਉਹ ਵਿਧਾਨ ਸਭਾ ਦੇ ਵਿੱਚ ਵੀ ਮੁੱਖ ਮੰਤਰੀ ਨੇ ਬਾਜਵਾ ਸਾਹਿਬ ਨੂੰ ਕਿਹਾ ਸੀ ਵੀ ਜਦੋਂ ਮੈਂ ਐਕਸ਼ਨ ਲੈਣਾ ਫਿਰ ਤੁਸੀਂ ਭੱਜੇ ਜਾਂਦੇ ਹੋ, ਉੱਤੇ ਕੰਪਲੇਂਟਾਂ ਕਰਦੇ ਹੋ। ਸੋ ਜਾ ਰਿਹਾ ਇਹ ਕੰਮ। ਇਹਨਾਂ ਦਾ ਅਲਾਇੰਸ ਹੋਇਆ ਹੋਇਆ, ਕਾਂਗਰਸ ਤੇ ਸਮਝੌਤਾ ਹੈ ਕਾਂਗਰਸ ਨਾਲ। ਤੇ ਜੇ ਲੋਕਾਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਚੱਕਦਾ ਤਾਂ ਉਸ ਆਵਾਜ਼ ਨੂੰ ਦਬਾਉਣ ਦੀ ਇਹ ਕੋਸ਼ਿਸ਼ ਹੈ। ਅੱਜ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸਰਕਾਰ ਨੇ, ਜਾਂ ਸਰਕਾਰ ਦੇ ਜਿਹੜੇ ਸਕੈਂਡਲ ਹੈ, ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਉੱਥੇ ਆਵਾਜ਼ ਬੁਲੰਦ ਕਰ ਰਿਹਾ। 1000 ਰੁਪਈਆ ਬੀਬੀਆਂ ਨੂੰ ਨਹੀਂ ਦਿੱਤਾ। ਅੱਜ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ? ਮੁਆਵਜ਼ੇ ਨਹੀਂ ਦਿੱਤੇ ਗਏ। ਡਰੱਗਸ ਦੇ ਇਸ਼ੂ ਤੇ ਹਾਲਾਤ ਕੀ ਹੈ ਪੰਜਾਬ ਦੇ ਵਿੱਚ? ਆ ਰੋਪੜ ਦੇ ਵਿੱਚ ਉਹ ਸਾਡੀ ਭੈਣ ਦੀ ਸੁਇਸਾਈਡ ਹੋਈ ਹੈ ਜਿਹਦੀ, ਉਸ ਇਸ਼ੂ ਤੇ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ। ਬੇਸਿਕਲੀ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਕੇ ਇਹ ਅਨਐਲਾਨੀ ਐਮਰਜੈਂਸੀ ਹੈ ਤੇ ਆਵਾਜ਼ ਦਬਾਉਣ ਦੀ, ਫ੍ਰੀ ਸਪੀਚ ਨੂੰ ਸਕਟਲ ਕਰਨ ਦੀ ਇਹ ਕੋਸ਼ਿਸ਼ ਹੈ। ਪਰ ਇਹ ਭੁਲੇਖੇ 'ਚ ਨਾ ਰਹਿਣ ਕਿਸੇ 'ਚ। ਮੈਂ ਉਦੋਂ ਵੀ ਗੱਲ ਕਹੀ ਸੀ, ਇਹ ਡਰਨ ਵਾਲਿਆਂ 'ਚੋਂ ਨਹੀਂ ਹੈ। ਨਾ ਡਰੇ ਹੈ, ਨਾ ਡਰਾਂਗੇ, ਨਾ ਦਬੇ ਹੈ, ਨਾ ਦਬਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਮਤਲਬ ਜੇ ਤੁਸੀਂ ਇਤਿਹਾਸ ਫਰੋਲ ਕੇ ਵੇਖ ਲਓ, ਇਹ ਤਾਂ ਬੜੀਆਂ ਛੋਟੀਆਂ ਗੱਲਾਂ, ਬੜੇ ਵੱਡੇ ਸੰਘਰਸ਼ਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨਿਕਲਿਆ। ਸੋ ਤੁਸੀਂ ਇਹ ਵੇਖੋ, ਮੈਂ ਜਿਹੜੀ ਗੱਲ ਕਰਦਾ, ਇੱਕ ਮਾਹੌਲ ਇੰਟੀਮੀਡੇਸ਼ਨ ਦਾ, ਡਰ ਦਾ, ਭੈ ਦਾ, ਇੱਕ ਮਾਹੌਲ ਥ੍ਰੈਟ ਦਾ ਇਹ ਕ੍ਰੀਏਟ ਕਰ ਰਹੇ ਹੈ। ਮੈਨੂੰ ਅਰੈਸਟ ਕੀਤਾ ਗਿਆ 26 ਤਰੀਕ ਨੂੰ 1:30 ਵਜੇ। ਆ ਮੇਰੇ ਘਰ ਤੇ ਮੇਰੇ ਘਰ ਦੇ ਆਲੇ ਦੁਆਲੇ ਜਿਹੜੇ CCTV ਲੱਗੇ ਆ, ਤੁਸੀਂ ਉੱਥੇ ਟਾਈਮ ਵੇਖ ਸਕਦੇ ਹੋ। ਮੈਨੂੰ ਮਟੌਰ ਥਾਣੇ ਲਿਜਾਇਆ ਜਾਂਦਾ 4 ਵਜੇ। 2.5 ਘੰਟੇ ਇਹ ਪੁਲਿਸ ਮੈਨੂੰ ਕਿੱਥੇ ਲਈ ਫਿਰਦੀ ਰਹੀ, ਕਿੱਥੇ ਥ੍ਰੈਟਨ ਕਰਦੀ ਰਹੀ, ਕਿੱਥੇ ਇੰਟੀਮੀਡੇਟ ਕਰਦੀ ਰਹੀ। ਇਹ ਸਾਰੀਆਂ ਗੱਲਾਂ ਸਮੇਂ ਨਾਲ ਸਾਹਮਣੇ ਰੱਖਾਂਗੇ ਲੋਕਾਂ ਦੇ। 2.5 ਘੰਟੇ ਬਾਅਦ ਮਟੌਰ ਥਾਣਾ, ਜਿਹੜਾ 15 ਮਿੰਟ ਦਾ ਮੈਨੂੰ ਲੱਗਦਾ ਡਿਸਟੈਂਸ ਵੀ ਨਹੀਂ ਮੇਰੇ ਘਰੋਂ, ਉੱਥੇ ਲਈਦਾ। ਐਂਡ ਜਦੋਂ ਮੈਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ, ਅੱਧੀ ਰਾਤ ਨੂੰ 10-11 ਵਜੇ ਕੋਰਟ ਨੂੰ ਖਿਲਾ ਕੇ, ਪੁਲਿਸ ਉੱਥੇ ਸਾਰੇ ਪਾਸੇ ਲਾ ਕੇ, ਵਕੀਲਾਂ ਨੂੰ ਆਉਣ ਦੀ ਵੀ ਮੁਸ਼ਕਿਲ ਆ ਗਈ ਸੀ ਸਾਡੇ, ਜਿਨ੍ਹਾਂ ਨੇ ਸਾਡਾ ਕੇਸ ਲੜਨਾ ਸੀ। ਕੀ ਇਹ ਗੈਂਗਸਟਰ ਸੀ ਅਸੀਂ ਕੋਈ? ਕੀ ਇਹ ਮਾਹੌਲ ਸਾਨੂੰ ਡਰਾਉਣ ਵਾਸਤੇ ਤੁਸੀਂ ਕ੍ਰੀਏਟ ਕਰ ਰਹੇ ਹੋ? ਇਹ ਕਿਸ ਭੁਲੇਖੇ ਦੇ ਵਿੱਚ ਫਿਰ ਰਹੇ ਆ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਜਿਵੇਂ ਕਾਂਗਰਸ ਦੇ ਲੋਕਾਂ ਨੂੰ ਕਿਸੇ ਨੂੰ ਬੱਸਾਂ ਦੀ ਬਾਡੀ ਦੀ ਫਾਈਲ ਵੇਖ ਕੇ ਚੁੱਪ ਕਰਾ ਲਿਆ,
ਕਿਸੇ ਨੂੰ ਨਰੇਗਾ ਦੀ ਫਾਈਲ ਵੇਖ ਕੇ ਚੁੱਪ ਕਰਾ ਲਿਆ, ਕਿਸੇ ਨੂੰ ਫੂਡ ਸਪਲਾਈ ਦੇ ਟੈਂਡਰਾਂ ਦੀ ਫਾਈਲ ਵਿਖਾ ਕੇ ਚੁੱਪ ਕਰਾ ਲਿਆ। ਇਹ ਸੋਚਦੇ ਸੀ ਸ਼ਾਇਦ ਅਕਾਲੀ ਦਲ ਦੇ ਵਰਕਰਾਂ ਨੂੰ, ਅਕਾਲੀ ਦਲ ਦੇ ਲੀਡਰਾਂ ਨੂੰ ਵੀ ਉਸੇ ਤਰ੍ਹਾਂ ਚੁੱਪ ਕਰਾ ਲਾਂਗੇ, ਪਰ ਇਹ ਭੁਲੇਖੇ 'ਚ ਹੈ। ਤਕੜੇ ਹੋ ਕੇ, ਇਦੋਂ ਵੀ ਤਕੜੇ ਹੋ ਕੇ, ਜਿੰਨਾ ਤਸ਼ੱਦਦ ਕਰੋਗੇ ਓਨੇ ਤਕੜੇ ਹੋ ਕੇ ਤੁਹਾਡੇ ਨਾਲ ਲੜਾਈ ਲੜਾਂਗੇ। ਤੇ ਲੋਕਾਂ ਦੀਆਂ ਜਿਹੜੀ ਮੰਗਾਂ ਹੈ, ਲੋਕਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਹੈ, ਪੰਜਾਬ ਦਾ ਜਿਹੜਾ ਤੁਸੀਂ ਅੱਜ ਮਾਹੌਲ ਬਣਾ ਦਿੱਤਾ ਹੈ, ਉਹਦੇ ਤੇ ਤਕੜੇ ਹੋ ਕੇ ਆਵਾਜ਼ ਚੱਕਾਂਗੇ। ਤੁਸੀਂ ਵੇਖੋ, ਚਲੋ ਜੋ ਸਾਡਾ ਰਾਈਟ ਸੀ, ਅਸੀਂ ਉਸ ਰਾਈਟ ਪਿੱਛੇ ਲੜਨਾ ਵੀ ਸੀ। ਜਿਵੇਂ ਮੈਨੂੰ ਯਾਦ ਆਉਂਦਾ ਨਾ, ਮੈਂ ਗੱਲ ਕਰ ਰਿਹਾ ਸੀ ਕਿ ਇਹ ਡਰਾਉਣ ਦੀ ਕੋਸ਼ਿਸ਼ ਹੈ। ਸ਼ੋਲੇ ਫਿਲਮ ਦਾ ਵੀ ਇੱਕ ਡਾਇਲੌਗ ਸੀ ਨਾ, ਕਿਹਨੇ, ਗੱਬਰ ਸਿੰਘ ਨੇ, ਕਿ ਜੋ ਡਰ ਗਿਆ ਸਮਝੋ ਮਰ ਗਿਆ। ਸੋ ਪਰ ਡਰਨ ਵਾਲਾ ਨਹੀਂ। ਇਨਸੀਡੈਂਟਲੀ ਵੇਖੋ, ਕੋਇਨਸੀਡੈਂਟ, ਜਿਹੜੇ ਮਟੌਰ ਥਾਣੇ 'ਚ SHO ਸਾਹਿਬ ਨੇ, ਉਹਨਾਂ ਦਾ ਨਾਮ ਵੀ ਗੱਬਰ ਸਿੰਘ ਹੀ ਹੈ, ਜਿਨ੍ਹਾਂ ਨੇ FIR ਦਰਜ ਕੀਤੀ। ਇਹ ਵੇਖੋ, ਇਹ ਹਾਲਾਤ ਬਣ ਜਾਂਦੇ ਆ ਨਾ ਜੀ। ਸੋ ਐਨੀਵੇਜ਼, ਬੇਸਿਕਲੀ ਮੈਂ ਜਿਹੜੀ ਗੱਲ ਤੇ ਆ ਰਿਹਾ ਸੀ ਕਿ ਫਿਰ ਅਸੀਂ ਆਪਦੀ ਲੀਗਲ ਰਾਈਟ, ਅਸੀਂ ਬੇਲ ਵਾਸਤੇ ਗਏ ਕੋਰਟ ਦੇ ਵਿੱਚ, ਤੇ ਬੇਲ ਆਰਡਰ ਆਇਆ। ਤੁਸੀਂ ਬੇਲ ਆਰਡਰ ਪੜ੍ਹੋਗੇ ਨਾ ਜੀ, ਮੈਂ ਤੁਹਾਨੂੰ ਸਭ ਨੂੰ ਇਹਦੀ PDF ਦੇਵਾਂਗਾ। ਤੁਹਾਡੇ ਸਾਹਮਣੇ ਸਰਕਾਰ ਦਾ, ਮਹਾਰਾਜਾ ਸਤੌਜ ਦਾ, ਕਿਉਂਕਿ ਮਹਾਰਾਜਾ ਸਤੌਜ, ਮਹਾਰਾਜੇ ਆਪਦੇ ਖਿਲਾਫ ਆਵਾਜ਼ ਨਹੀਂ ਨਾ ਸੁਣ ਸਕਦੇ। ਕੋਈ ਉਹਨਾਂ ਦੀ ਨੁਕਤਾਚੀਨੀ ਕਰੇ, ਉਹ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਤੇ ਮਹਾਰਾਜਾ ਸਤੌਜ ਵੱਲੋਂ ਕੀਤਾ ਜਿਹੜੀ ਇਹ ਝੂਠੀ FIR ਹੈ, ਤੁਹਾਨੂੰ ਪਤਾ ਲੱਗ ਜੂ ਬੇਲ ਆਰਡਰ ਤੋਂ ਹੀ। ਦੇਖੋ, ਇਹ FIR ਕੀਤੀ ਗਈ, ਜਿਵੇਂ ਮੈਂ ਗੱਲ ਕੀਤੀ, 468, 69, 500 IPC, 43 ਤੇ 66 IT ਐਕਟ। ਇਹਦੇ 'ਚੋਂ ਕੇਵਲ ਤੇ ਕੇਵਲ ਜਿਹੜੀ 468 ਹੈ ਉਹ ਨੌਨ ਬੇਲੇਬਲ ਹੈ, ਬਾਕੀ ਸਾਰੀਆਂ ਧਾਰਾਵਾਂ ਬੇਲੇਬਲ ਹੈ। ਸੋ ਸਿਰਫ ਮੈਨੂੰ ਅੰਦਰ ਕਰਨ ਵਾਸਤੇ ਵੀ ਡਰਾ ਲਈਏ ਇਹਨਾਂ ਨੂੰ, ਅੰਦਰ ਕਰਕੇ 468 ਲਾਈ ਗਈ। 468 ਹੈਗੀ ਹੈ ਫੋਰਜਰੀ ਫॉर द ਪਰਪਸ ਆਫ ਚੀਟਿੰਗ। ਸੋ ਤੁਸੀਂ ਵੇਖੋ, ਇਸ ਇਸ਼ੂ ਨੂੰ ਕੋਰਟ ਨੇ ਬੇਲ ਆਰਡਰ ਦੇ ਵਿੱਚ ਕਿਵੇਂ ਡੀਲ ਕੀਤਾ। ਪਹਿਲਾਂ ਚਲੋ ਆਰਗੂਮੈਂਟਸ ਲਿਸਟ ਕੀਤੀਆਂ ਜੱਜ ਸਾਹਿਬ ਨੇ, 6 ਪੇਜ ਤੋਂ ਸ਼ੁਰੂ ਹੁੰਦਾ ਜਿਹੜਾ ਉਹਨਾਂ ਨੇ ਆਰਡਰ ਲਿਖਾਇਆ। ਮੈਂ ਜਿਹੜੀਆਂ ਰੈਲੇਵੈਂਟ 4-5 ਲਾਈਨਾਂ ਤੁਹਾਡੇ ਵਾਸਤੇ ਉਹ ਪੜ੍ਹ ਦਿੰਦਾ। ਜੱਜ ਸਾਹਿਬ ਨੇ ਲਿਖਿਆ, ਫਿਰ 468 ਤੇ ਟਿੱਪਣੀ ਕਰਦੇ ਹਾਂ। I do not agree with the contention raised by the learned APP, Assistant Public Prosecutor for the state, regarding the ingredients of section 468 IPC. Ingredients of section 468 IPC are not fulfilled in the present case. The basic ingredients of offence of cheating are missing in this case. ਇਸ ਕੇਸ ਦੇ ਵਿੱਚ ਜਿਹੜੀ ਇਹ 468 ਦੀ ਧਾਰਾ ਹੈ, ਉਹਦੇ ਬੇਸਿਕ ਜਿਹੜੇ ਇਨਗਰੀਡੀਐਂਟਸ ਚਾਹੀਦੇ ਆ 468 ਕਿਸੇ ਤੇ ਲੱਗਣ ਵਾਸਤੇ, ਉਹ ਇਨਗਰੀਡੀਐਂਟਸ ਹੀ ਹੈ ਨਹੀਂ ਇਸ ਕੇਸ ਦੇ ਵਿੱਚ। there is no forgery, there is no cheating. ਅੱਗੇ ਲਿਖਦੇ ਆ, perusal of the record reveals that the accused Parambans Singh Romana is in judicial custody since 26/10/2023. Ingredients of section 468 IPC are not attracted in this case in any manner. Are not attracted in this case in any manner. ਕਿਸੇ ਤਰ੍ਹਾਂ ਨਾਲ ਵੀ ਤੁਸੀਂ 468 ਇਸ ਕੇਸ ਦੇ ਵਿੱਚ ਨਹੀਂ ਲਾ ਸਕਦੇ। ਇਟ ਇਜ਼ ਨਾਟ ਅਟਰੈਕਟਿਡ। ਇਹ ਕੇਵਲ ਤੇ ਕੇਵਲ ਤੁਸੀਂ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਾਕੀ ਧਾਰਾਵਾਂ ਤਾਂ ਅਵੇਲੇਬਲ ਹੈ, ਤੇ ਫਿਰ ਇਹਨੂੰ ਅੰਦਰ ਸਮਾਂ ਕਿਵੇਂ ਲਵਾਵਾਂਗੇ? 468 ਲਾ ਦਿਓ ਇਹਦੇ ਤੇ ਜੀ। 468 ਕਰਕੇ FIR ਦਰਜ ਕਰਾਤੀ, ਚੱਕ ਕੇ ਅੰਦਰ ਭੇਜਤਾ, ਤੇ ਜਦੋਂ ਕੋਰਟ ਦੇ ਵਿੱਚ ਆਇਆ, ਕੋਰਟ ਨੇ ਬੇਲ ਆਰਡਰ ਦੇ ਵਿੱਚ ਹੀ 468 ਤੇ ਆਪਦੀ ਜਿਹੜਾ ਮਾਈਂਡ ਆ ਉਹ ਕਲੀਅਰ ਕਰਤਾ। ਉਸ ਤੋਂ ਵੀ ਇੰਪੋਰਟੈਂਟ ਅੱਗੇ ਦੇਖੋ ਤੁਸੀਂ, ਕੋਰਟ ਨੇ ਜਿਹੜੀ, ਅਸੀਂ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਜਦੋਂ FIR ਹੋਈ ਹੈ, SSP ਸਾਹਿਬ ਦੇ ਦਫ਼ਤਰ ਸਾਡੀ ਸਮੁੱਚੀ ਲੀਡਰਸ਼ਿਪ ਗਈ ਸੀ, ਤੇ ਇੱਕ ਪੁਆਇੰਟ ਰੇਜ਼ ਕੀਤਾ ਸੀ ਕਿ ਇਹ ਪੋਲੀਟੀਕਲ ਵੈਂਡੇਟਾ ਹੈ, ਇਹ ਸਿਆਸੀ ਬਦਲਾਖੋਰੀ ਹੈ। ਅਸੀਂ ਵੀ ਇੱਕ ਐਪਲੀਕੇਸ਼ਨ ਦੇ ਕੇ ਆਏ ਸੀ ਉਦੋਂ ਕੋਰਟ ਦੇ ਵਿੱਚ ਕਿ ਕਈ ਅਪਲੋਡ ਕੀਤੀਆਂ ਗਈਆਂ ਵੀਡੀਓਜ਼ ਜਿਹੜੀਆਂ ਆ ਸੀ ਐਪਲੀਕੇਸ਼ਨ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਡਾਕਟਰ ਪ੍ਰੇਮ ਸਿੰਘ ਚੰਦੂਮਾਜਰਾ, ਸਾਡੇ MLA ਸਾਹਿਬ ਡਾਕਟਰ ਸੁਖਵਿੰਦਰ ਕੁਮਾਰ ਜੀ ਬੰਗੇ ਤੋਂ, ਵਿਰਸਾ ਸਿੰਘ ਵਲਟੋਆ ਸਾਹਿਬ, ਵੀ ਇਹ ਜਿਹੜੀ ਐਪਲੀਕੇਸ਼ਨ ਹੈ ਇਹਦੇ ਤੇ ਅਜੇ ਤੱਕ ਕਾਰਵਾਈ ਨਹੀਂ ਹੋਈ। ਅਸੀਂ ਵੀ ਜ਼ਿਕਰ ਕੀਤਾ ਜਿਹੜੀਆਂ ਫੌਜਡ ਵੀਡੀਓਜ਼
ਡਾਕਟਰਡ ਵੀਡੀਓਜ਼ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਆਪਦੇ ਹੈਂਡਲਸ ਤੇ ਅਪਲੋਡ ਕਰਦੀ ਪਰ ਕੋਈ ਇਹਦੇ ਤੇ ਨਹੀਂ। ਬਟ ਜਿਹੜੀ ਮੈਂ ਗੱਲ ਤੇ ਆ ਰਿਹਾ ਸੀ, ਅਸੀਂ ਉੱਥੇ ਜਾ ਕੇ ਗੱਲ ਇਹ ਕਹੀ ਸੀ ਕਿ ਇਹ ਪੋਲੀਟੀਕਲ ਵੈਂਡੇਟਾ ਹੈ। ਤੇ ਤੁਸੀਂ ਦੇਖੋ ਬੇਲ ਆਰਡਰ ਦੇ ਵਿੱਚ ਲਾਸਟ ਪੇਜ ਤੇ ਜੱਜ ਸਾਹਿਬ ਕੀ ਲਿਖਦੇ ਆ, no useful purpose would be served by keeping the applicant accused Parambans Singh Romana behind bars as the present case seems to be actuated by political vendetta। ਇਹ ਮੈਂ ਨਹੀਂ ਕਹਿ ਰਿਹਾ, ਮੇਰੇ ਵਕੀਲ ਸਾਹਿਬ ਨੇ ਨਹੀਂ ਕਹੀ, ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਨੇ ਨਹੀਂ ਕਹੀ, ਇਹ ਜੱਜ ਸਾਹਿਬ ਨੇ ਆਪਦੀ ਆਰਡਰ ਦੇ ਵਿੱਚ ਲਿਖਿਆ, no purpose would be served by keeping Parambans Singh Romana behind bars as the present case seems to be actuated by political vendetta। ਤੁਸੀਂ ਦੱਸੋ ਜੀ ਹੁਣ ਇਹਦੇ ਤੇ ਫਿਰ ਜਿਨ੍ਹਾਂ ਨੇ ਝੂਠੀ FIR ਆਪਦੇ ਸਿਆਸੀ ਆਕਾਵਾਂ ਦੇ ਕਹਿਣ ਤੇ, ਇਦੋਂ ਅੱਗੇ ਵੀ 5-7 ਲਾਈਨਾਂ ਤੁਹਾਨੂੰ ਮੈਂ ਸਾਰਿਆਂ ਨੂੰ ਇਹਦੀ PDF ਦੇਵਾਂਗਾ, ਪੜ੍ਹ ਲਿਓ ਤੁਸੀਂ। ਜਿਹੜੇ ਸਿਆਸੀ ਆਕਾਵਾਂ ਦੇ ਕਹਿਣ ਤੇ ਮੁੱਖ ਮੰਤਰੀ ਦੇ 8 PM ਵਾਲੇ ਆਰਡਰ ਤੇ, ਮੈਨੂੰ ਤਾਂ ਕੱਲ ਕੋਈ ਪੁੱਛ ਰਿਹਾ ਸੀ ਜੀ IT ਐਕਟ ਲਾਈ ਹੈ, ਮੈਂ ਕਿਹਾ ਨਹੀਂ CM ਐਕਟ ਲੱਗੀ ਹੈ, ਇਹ ਲੱਗਦੀ 8 PM ਤੋਂ ਬਾਅਦ ਹੀ ਹੈ। ਜਿਹੜੇ 8 PM ਦੇ ਟੈਲੀਫੋਨ ਤੋਂ ਬਾਅਦ ਪਰਚੇ ਜਿਨ੍ਹਾਂ ਨੇ ਦਿੱਤੇ ਹੈ, ਇਲੀਗਲ FIR ਲੌਜ ਕੀਤੀ ਹੈ, ਇਟ ਇਜ਼ ਆਲਸੋ ਅ ਕ੍ਰਾਈਮ। ਮੇਰੇ ਕੋਲ ਇਹ ਲੀਗਲ ਰਾਈਟ ਹੈ, ਮੈਂ ਜੀਨੇ ਕਿਉਂਕਿ ਦੇਖੋ ਅੱਗੇ ਵਾਸਤੇ ਵੀ ਲੋਕਾਂ ਦੀ ਲੜਾਈ ਲੜਨੀ, ਜੀਨੇ ਝੂਠੀ FIR ਦੇ ਵਿੱਚ ਜਿਹਦਾ ਰੋਲ ਹੈ। ਹੁਣ ਤੁਸੀਂ ਵੇਖੋ ਜੀ SHO ਸਾਹਿਬ ਮਟੌਰ, SHO ਸਾਹਿਬ ਸਾਈਬਰ ਕ੍ਰਾਈਮ ਕੰਪਲੇਂਟ ਦਿੰਦੇ ਆ ਇਸ FIR ਦੇ ਵਿੱਚ ਕਿ ਇਹ ਡੈਫਾਮੇਸ਼ਨ ਦੀ ਧਾਰਾ ਲਾਉਂਦੇ ਆ। ਹਾਊ ਇਜ਼ ਹੀ ਡਿਫੇਮਡ? ਇੱਕ ਜਿਹੜੀ ਵੀਡੀਓ ਆਲਰੇਡੀ ਔਨ YouTube ਹੈ, ਉਹਨੂੰ ਉਹ ਮੁੱਖ ਮੰਤਰੀ ਦੇ ਖਿਲਾਫ ਕੋਈ ਗੱਲ ਹੈ ਉਹਦੇ ਵਿੱਚ, ਉਹਨੂੰ ਜੇ ਕੋਈ ਸ਼ੇਅਰ ਪੋਸਟ ਕਰਦਾ ਹੈ ਤੇ ਸਾਈਬਰ ਕ੍ਰਾਈਮ ਦੇ SHO ਸਾਹਿਬ ਕਿਵੇਂ ਡਿਫੇਮ ਹੋ ਗਏ ਜੀ ਉਹਦੇ 'ਚ? ਐਂਡ ਹੀ ਇਜ਼ ਰਾਈਟਿੰਗ, ਉਹਨਾਂ ਦੀ ਕੰਪਲੇਂਟ ਹੈ ਕਿ ਦਿਸ tweet of forged and morphed video to harm the reputation of CM for political gain। ਤੁਸੀਂ ਦੱਸੋ ਜੀ, ਤੁਹਾਨੂੰ you should be concerned about, definitely ਜੇ forged video ਹੈ, ਤੁਸੀਂ ਸਾਈਬਰ ਕ੍ਰਾਈਮ ਦੇ, you should be concerned about it, but how are you concerned about the political reputation of the chief minister? ਇਹ ਵੀ ਇੱਕ ਸਵਾਲ ਉੱਠਦਾ ਜੀ ਇਸ ਗੱਲ 'ਚ। ਸੋ ਜਿਨ੍ਹਾਂ ਨੇ ਵੀ, ਮੈਂ ਸਾਡੀ ਲੀਗਲ ਟੀਮ ਨਾਲ ਗੱਲ ਕਰ ਰਿਹਾ, ਜਿਹਨੇ ਇਸ ਇਲੀਗਲ FIR ਦੇ ਵਿੱਚ ਜਿਹਦਾ ਜਿੰਨਾ ਰੋਲ ਹੋਇਆ, ਹਾਈ ਕੋਰਟ ਦੇ ਵਿੱਚ ਜਾਵਾਂਗੇ ਤਾਂ ਕਿ ਇਹ ਜਿਹੜੀਆਂ ਇਲੀਗਲ ਡਾਇਰੈਕਸ਼ਨਸ ਜਦੋਂ ਇਹ ਵਰਦੀ ਪਾਉਂਦੇ ਆ ਨਾ ਜੀ, ਉਦੋਂ ਬੜੀਆਂ ਇਹਨਾਂ ਨੂੰ ਮਤਲਬ ਯੂ ਹੈਵ ਟੂ ਸਵੇਅਰ ਬਾਈ ਔਰ ਯੂਨੀਫਾਰਮ ਕਿ ਅਸੀਂ ਇਨਸਾਫ ਦੇਵਾਂਗੇ, ਕੋਈ ਗਲਤ ਕੰਮ ਨਹੀਂ ਕਰਾਂਗੇ। ਅੱਜ ਹਾਲਾਤ ਕੀ ਹੋਏ ਪਏ ਆ, ਕੋਈ ਪੁੱਛਣ ਦੱਸਣ ਵਾਲਾ ਨਹੀਂ ਜੀ। ਜਿਹਦੇ ਤੇ ਜੀ ਕਰਦਾ FIR ਦੇ ਦਿਓ ਜੀ, ਜਿਹਦੇ ਤੇ ਜੀ ਕਰਦਾ ਉਹਨੂੰ ਅੰਦਰ ਚੱਕ ਕੇ ਮਾਰੋ ਜੀ। ਇਹ 8 PM ਵਾਲੀਆਂ FIR ਇਹ ਬੰਦ ਕਰਨੀਆਂ ਪੈਣਗੀਆਂ। ਐਂਡ ਮੈਂ ਇੱਕ ਗੱਲ ਬੜੀ ਕਲੈਰਿਟੀ ਨਾਲ ਦੱਸ ਦਿਆਂ, ਇਹ 8 PM ਵਾਲੇ ਟੈਲੀਫੋਨ ਤੋਂ ਬਾਅਦ ਮੈਨੂੰ ਵੀ ਪਤਾ ਲੱਗ ਗਿਆ ਸੀ ਕਿ ਇਹ ਕੰਮ ਹੋਣ ਵਾਲਾ। ਇਹਨਾਂ ਨੇ ਸੋਚਿਆ ਸੀ ਕਿ ਜਿਵੇਂ ਕਈ ਹੋਰ ਪਾਰਟੀਆਂ ਦੇ ਲੀਡਰ ਇੱਧਰ ਉੱਧਰ ਹੋ ਗਏ ਸਾਡੀਆਂ FIRਾਂ ਤੋਂ ਡਰਦੇ ਕਿਤੇ ਇਹ ਵੀ ਭੱਜ ਜਾਣਗੇ। ਮੈਨੂੰ ਕਿਹਾ ਅਫਸਰਾਂ ਨੇ ਵੀ ਸਾਨੂੰ ਪਤਾ ਲੱਗ ਗਿਆ ਸੀ ਤੇ ਤੁਸੀਂ ਗਏ ਕਿਉਂ ਨਹੀਂ? ਲੜਾਈ ਲੜਾਂਗੇ ਲੋਕਾਂ ਦੀ, ਭੱਜਣ ਵਾਲਿਆਂ ਚੋਂ ਨਹੀਂ ਹੈ, ਡਰਨ ਵਾਲਿਆਂ ਚੋਂ ਨਹੀਂ ਹੈ। ਡਟ ਕੇ ਖੜਾਂਗੇ, ਇਨਜਸਟਿਸ ਦੇ ਖਿਲਾਫ ਲੜਾਂਗੇ। ਜਿੱਥੇ ਕਿਤੇ ਇਨਜਸਟਿਸ ਹੋਊਗੀ, ਜਿੱਥੇ ਕਿਤੇ ਬੇਇਨਸਾਫੀ ਹੋਊਗੀ, ਕਿਸੇ ਨਾਲ ਵੀ ਹੋਈ, ਹਿੱਕ ਢਾਹ ਕੇ ਲੜਾਂਗੇ ਆਪਦੀ। ਸੋ ਇਹ ਅੱਜ ਦੇ ਬੇਸਿਕ, ਮੈਂ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼, ਚਲੋ ਮੈਂ ਬੇਲ ਆਰਡਰ ਤਾਂ ਤੁਹਾਨੂੰ ਵੈਸੇ ਵੀ ਭੇਜ ਸਕਦਾ ਸੀ, ਬਟ ਮੈਂ ਲੋਕਾਂ ਨੂੰ ਦੱਸਣੀ ਚਾਹੁੰਦਾ ਸੀ ਕਿ ਆਹ ਜਿਹੜੀ ਵੀਡੀਓ ਜਿਹਦੇ ਤੇ FIR ਹੈ ਨਾ ਜੀ ਹੋਈ, ਇਹ YouTube ਤੇ ਹੁਣੇ ਖੋਲ ਕੇ ਵੇਖ ਲਓ, ਉੱਥੇ ਭਰਨਾ ਕੀ ਪੈਂਦਾ ਕਿ ਕੰਵਰ ਗਰੇਵਾਲ ਇਨਸਲਟਿੰਗ ਭਗਵੰਤ ਮਾਨ, ਤੇ ਤੁਹਾਨੂੰ ਇਹ ਖੁੱਲ੍ਹ ਜੂਗੀ। 11 ਦਸੰਬਰ 2015 ਦੀ ਇਹ ਵੀਡੀਓ ਅੱਜ ਵੀ YouTube ਤੇ ਮੌਜੂਦ ਹੈ, ਜਿਹਦੇ 'ਚ ਹਜ਼ਾਰਾਂ ਸ਼ੇਅਰ, ਹਜ਼ਾਰਾਂ ਲੋਕਾਂ ਨੇ ਕਮੈਂਟ ਗਾਂ ਰੀਪੋਸਟ ਕੀਤੀਆਂ, ਪਰ ਟਾਰਗੇਟ ਕੇਵਲ ਤੇ ਕੇਵਲ ਅਕਾਲੀ ਦਲ ਕੀਤਾ ਜਾਂਦਾ। ਚਲੋ ਉਹ ਇਹਨਾਂ ਦੇ ਅੱਜ ਸਰਕਾਰ ਹੈ, ਜ਼ੋਰ ਹੈ, ਅਫਸਰ ਕਈਆਂ ਦੀਆਂ ਨਹੀਂ ਲੱਤਾਂ ਭਾਰ ਚੱਲਦੀਆਂ, ਕਰ ਲੈਂਦੇ ਆ ਸਮਾਂ, ਬਟ ਬੇਸਿਕਲੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੋ ਵੀ ਲੜਾਈ ਅਸੀਂ ਲੜ ਸਕੇ ਇਹਦੇ ਵਿੱਚ ਉਹ ਲੜਾਈ ਲੜਾਂਗੇ। ਬੰਟੀ ਜੀ, ਅੱਜ ਜਸਵੰਤ ਸਿੰਘ ਗੱਜਰ ਮਾਜਰਾ ਨੂੰ ਚੱਕਿਆ ਈਡੀ ਨੇ
ਉਹਨਾਂ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਜਿਹੜੀ ਪਾਰਟੀ ਵਾਅਦੇ ਕਰਕੇ ਆਈ ਸੀ ਕਿ ਕੋਈ ਕਰਪਸ਼ਨ ਨਹੀਂ, ਕੋਈ ਇਹ ਚੀਜ਼ ਨਹੀਂ, ਪਰ ਫਿਰ ਵੀ ਅਜਿਹੇ ਉਹਨਾਂ ਦੇ ਲੀਡਰ ਫੜੇ ਜਾ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਕੁਲਵੰਤ ਸਿੰਘ ਐਮਐਲਏ ਜਿਹੜੇ ਮੋਹਾਲੀ ਤੋਂ, ਉਹਨਾਂ ਦੀ ਵੀ ਹੋਈ। ਦੇਖੋ, ਜਿੱਥੇ ਤਾਂ ਆਮ ਆਦਮੀ ਪਾਰਟੀ ਦੇ ਕਿਸੇ ਦੇ ਲੀਡਰ ਤੇ ਰੇਡ ਹੁੰਦੀ ਹੈ, ਚਾਹੇ ਉਹ ਦਿੱਲੀ 'ਚ ਹੋ ਜੇ ਤੇ ਚਾਹੇ ਇੱਥੇ ਹੋ ਜੇ, ਉਹ ਤਾਂ ਹੈਗਾ ਵੈਂਡੇਟਾ। ਇਹ ਵੱਖਰੇ ਕਾਨੂੰਨ ਹੈ ਇੱਥੇ ਅੱਜ ਚੱਲਣ ਲੱਗ ਗਏ ਪੰਜਾਬ 'ਚ ਦੋ, ਉਹ ਤਾਂ ਹੈਗਾ ਵੈਂਡੇਟਾ। ਤੇ ਜਿਹੜਾ ਕੋਈ ਆਪੋਜੀਸ਼ਨ ਦਾ ਕੋਈ ਲੀਡਰ ਤੇ ਹੈ ਉਹ ਜਾਇਜ਼ ਹੈ। ਦੇਖੋ, ਜੋ ਕੰਮ ਜੇ ਇਹਨਾਂ ਨੇ, ਮੈਨੂੰ ਉਹਨਾਂ ਦਾ ਚਲੋ ਪਰਟੀਕੂਲਰ ਕੇਸ ਨਹੀਂ ਉਹਦਾ ਪਤਾ ਕੀ ਹੈ ਕੀ ਨਹੀਂ, ਈਡੀ ਨੇ ਕਿਸ ਡਾਕੂਮੈਂਟਸ ਤੇ ਆਈ ਹੈ, ਪਰ ਜੋ ਕੰਮ ਤੁਸੀਂ ਕਰ ਰਹੇ ਹੋ, ਫਿਰ ਜਦੋਂ ਉਹ ਤੁਹਾਡੇ ਨਾਲ ਹੁੰਦਾ ਉਦੋਂ ਚੀਕਾਂ ਕਿਉਂ ਮਾਰਦੇ ਹੋ? ਫਿਰ ਝੱਲੋ ਉਹਨੂੰ, ਦਲੇਰੀ ਨਾਲ ਲੜੋ ਨਾ ਜੀ। ਫਿਰ ਰੋਣ ਲੱਗ ਜਾਂਦੇ ਕਿ ਇਹ ਵੈਂਡੇਟਾ ਹੈ, ਵੈਂਡੇਟਾ ਹੈ ਜੀ, ਭੱਜ ਗਿਆ, ਕੋਈ ਇੱਧਰ ਹੋ ਜਾਂਦਾ, ਕੋਈ ਉੱਧਰ ਹੋ ਜਾਂਦਾ। ਦਲੇਰੀ ਨਾਲ ਲੜੋ। ਫਿਰ ਮੈਨੂੰ ਐਕਚੁਅਲੀ ਉਹ ਕੇਸ ਦਾ ਪਤਾ ਨਹੀਂ ਜੀ, ਸੋ ਇਸ ਕਰਕੇ ਮੈਂ ਉੱਤੇ ਟਿੱਪਣੀ ਨਹੀਂ ਕਰ ਸਕਦਾ। ਹਾਂਜੀ, ਮਨੀ ਲਾਂਡਰਿੰਗ ਨਹੀਂ ਹੋਊਗੀ ਜੀ ਮਨੀ ਲਾਂਡਰਿੰਗ, ਬਟ ਮੈਨੂੰ ਇਹ ਨਹੀਂ ਨਾ ਜੀ ਪਤਾ ਕਿ ਉਹਦੇ ਤੇ ਕੀ ਈਡੀ ਕੋਲੇ ਪ੍ਰੂਫ ਹੈ ਕੀ ਨਹੀਂ ਹੈ। ਬਟ ਠੀਕ ਹੈ, ਜੇ ਕੋਈ ਗਲਤ ਕੰਮ ਕੀਤਾ ਤਾਂ ਫਿਰ ਭੁਗਤਣਾ ਹੀ ਪੈਣਾ ਜੀ ਉਹਦੇ 'ਚ। ਦੇਖੋ, ਦਰਜ ਕਰਾ ਕੇ ਨਾਮ ਤਾਂ ਇੱਕ ਵੱਖਰੀ ਚੀਜ਼ ਹੈ ਜੀ, ਇੱਕ ਇਲੀਗਲ FIR ਤੁਸੀਂ ਦਰਜ ਕੀਤੀ ਹੈ, ਠੀਕ ਹੈ ਨਾ। ਧਾਰਾਵਾਂ ਲਾਈਆਂ ਉਹਦੇ 'ਚ ਕੇਵਲ ਇਸ ਕਰਕੇ ਕਿ ਬੰਦੇ ਨੂੰ ਬੇਲ ਨਾ ਮਿਲੇ ਤੇ ਅੰਦਰ ਇਹਦੇ 10 ਦਿਨ ਲਵਾਉਣੇ ਆ। ਕੋਈ, ਮੈਂ ਫੇਰ ਕਹਿ ਦਿਆਂ, ਕਿਸੇ ਕਿਸਮ ਦਾ ਡਰ ਨਹੀਂ ਹੈ। ਜੇਲ੍ਹ ਹੈ, ਚਲੋ ਪਹਿਲੀ ਵਾਰੀ ਜੇਲ੍ਹ ਵੇਖ ਲਈ, ਇੱਕ ਵਾਰੀ ਵੇਖੇ ਤੋਂ ਨਾ ਫਿਰ ਝਾਕਾ ਵੀ ਖੁੱਲ੍ਹ ਜਾਂਦਾ। ਸੋ ਉਹ ਕੋਈ ਡਰ ਨਹੀਂ ਹੈ, ਬਟ ਲੋਕਾਂ ਦੀ ਲੜਾਈ ਲੜਨੀ ਹੈ, ਲੋਕਾਂ ਦੀ ਆਵਾਜ਼ ਬੁਲੰਦ ਆਵਾਜ਼ ਦੇ ਵਿੱਚ ਲੋਕਾਂ ਦੀ ਆਵਾਜ਼ ਬਣਨਾ ਹੈ। ਇਸ਼ੂ ਹੈ ਲੌਜਿੰਗ ਆਫ ਐਨ ਇਲੀਗਲ FIR ਔਨ ਦ ਪੋਲੀਟੀਕਲ ਡਾਇਰੈਕਸ਼ਨਸ ਆਫ ਦ ਚੀਫ ਮਿਨਿਸਟਰ। ਉਸ ਇਸ਼ੂ ਨੂੰ ਲੈ ਕੇ ਹਾਈ ਕੋਰਟ 'ਚ ਜਾਊਗਾ। ਮੈਂ ਤਾਂ ਤੁਹਾਡੇ ਸਾਹਮਣੇ ਰੱਖਤਾ ਜੀ ਸਾਰਾ ਕੁਝ। ਦੇਖੋ, ਜੋ FIR ਤੇ ਸਵਾਲ ਮੈਂ ਅੱਜ ਤੱਕ ਕਿਉਂ ਨਹੀਂ ਕੀਤੇ ਸੀ, ਮੈਨੂੰ ਬਾਹਰ ਆਏ ਨੂੰ ਵੀ ਪਰਸੋਂ ਦਾ ਆਇਆ, ਮੇਰੇ ਕੋਲ ਇਹ ਬੇਲ ਆਰਡਰ ਦੀ ਕਾਪੀ ਨਹੀਂ ਸੀ ਮੇਰੀ। ਮੈਂ ਅੱਜ ਕਾਪੀ ਆਈ, ਮੈਂ ਬੇਲ ਆਰਡਰ 'ਚੋਂ ਤੁਹਾਨੂੰ ਪੜ੍ਹ ਕੇ ਦੱਸਿਆ, ਮੈਂ ਆਪਦੀ ਜ਼ੁਬਾਨੀ ਤਾਂ ਕੁਝ ਨਹੀਂ ਦੱਸਿਆ, ਜਿਹਦੇ 'ਚ ਬੜੀ ਕਲੀਅਰਲੀ ਕਿਹਾ ਗਿਆ ਕਿ ਫੋਰਜਰੀ ਤੇ ਚੀਟਿੰਗ ਮੇਡ ਆਊਟ ਹੀ ਨਹੀਂ ਹੈ ਇਸ ਕੇਸ ਦੇ ਵਿੱਚ। ਬੇਸਿਕ ਇਨਗਰੀਡੀਐਂਟਸ ਜਿਹੜੇ ਚਾਹੀਦੇ ਹੈ 468 ਲਾਉਣ ਵਾਸਤੇ, ਜਿਹਦੇ ਰਾਹੀਂ ਮੈਨੂੰ ਅੰਦਰ ਰੱਖਿਆ ਗਿਆ, ਉਹ ਬੇਸਿਕ ਇਨਗਰੀਡੀਐਂਟਸ ਹੀ ਹੈ ਨਹੀਂ ਇਸ ਕੇਸ ਦੇ ਵਿੱਚ। ਫਿਰ ਇਹਦੇ ਵਿੱਚ ਤੁਸੀਂ ਮੈਨੂੰ ਦੱਸ ਦਿਓ ਕਿੰਨੇ ਆਰਡਰਸ ਦੇ ਵਿੱਚ ਕੋਰਟ ਇਹ ਕਲੀਅਰ ਕਰਦੀ ਹੈ ਕਿ ਇਹ ਦਿਸ ਸੀਮਸ ਟੂ ਬੀ ਅ ਕੇਸ ਆਫ ਪੋਲੀਟੀਕਲ ਵੈਂਡੇਟਾ। ਇਹ ਸਾਰੀਆਂ ਚੀਜ਼ਾਂ ਜਦੋਂ ਆਈਆਂ, ਮੈਂ ਫੇਰ ਹੀ ਤੁਹਾਡੇ ਸਾਹਮਣੇ ਆਇਆ। ਤੁਸੀਂ ਕਈ ਵੀਰਾਂ ਨੇ ਮੈਨੂੰ ਕੱਲ੍ਹ ਦਾ ਸੰਪਰਕ ਕੀਤਾ ਕਿ ਅਸੀਂ ਇੰਟਰਵਿਊ ਕਰਨੀ ਹੈ ਜਾਂ 1-to-1 ਕਰਨਾ, ਬਟ ਟਿਲ ਦ ਟਾਈਮ ਮੈਂ ਆਪਦਾ ਲੀਗਲ ਆਰਡਰ ਨਹੀਂ ਪੜ੍ਹਿਆ ਸੀ, ਮੈਂ ਗੱਲ ਹੀ ਨਹੀਂ ਕਰਨੀ ਚਾਹੁੰਦਾ ਸੀ ਕੋਈ ਉਹਨਾਂ 'ਚ। ਸੋ ਇਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਊਂਗਾ, ਤਾਂ ਕਿ ਕੋਈ ਵੀ ਪੁਲਿਸ ਆਫਿਸਰ ਕਿਸੇ ਸਿਆਸੀ ਬੰਦੇ ਦੇ ਕਹਿਣ ਤੇ ਇਲੀਗਲ FIR ਕਰਨ ਤੋਂ ਪਹਿਲਾਂ 100 ਵਾਰੀ ਸੋਚੂਗਾ। ਮੈਂ ਤੁਹਾਨੂੰ ਕੋਰਟ ਦੇ ਆਰਡਰ ਦੀ ਕਾਪੀ ਬ੍ਰਦਰ ਭੇਜ ਦਿੰਦਾ। ਮੈਂ 468 ਦਾ ਇਕੱਲੇ ਦਾ ਜ਼ਿਕਰ ਕਿਉਂ ਕੀਤਾ, ਕਿਉਂਕਿ ਬਾਕੀ ਸਾਰੀਆਂ ਧਾਰਾਵਾਂ ਅਵੇਲੇਬਲ ਹੈ, ਉਹਨਾਂ ਰਾਹੀਂ ਮੈਨੂੰ ਇਹ ਅੰਦਰ ਨਹੀਂ ਰੱਖ ਸਕਦੇ ਸੀ। ਦੇ ਵਰ ਬਾਉਂਡ ਟੂ ਗਿਵ ਮੀ ਅ ਬੇਲ ਦੇਅਰ ਐਂਡ ਦੈਨ, ਮੈਨੂੰ ਅਰੈਸਟ ਨਹੀਂ ਕਰ ਸਕਦੇ ਸੀ। ਇਹ 468 ਕੇਵਲ ਇੱਕ 468 ਧਾਰਾ ਹੈ ਜਿਹਦੇ ਰਾਹੀਂ ਵਿਚ ਇਜ਼ ਨॉन ਅਵੇਲੇਬਲ ਇਨ ਦੀ ਓਫੈਂਸ। 500 ਦਾ ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਬ੍ਰਦਰ ਤੁਹਾਨੂੰ ਉਹੀ ਦੱਸ ਰਿਹਾ, ਜਿਹੜੇ ਇਹ ਬਾਕੀ 66 ਦੀ ਤੁਸੀਂ ਜ਼ਿਕਰ ਕਰ ਰਹੇ ਹੋ ਨਾ, ਦੇਖੋ 66 ਦੇ ਵਿੱਚ ਜਾਂ 43 ਦੇ ਵਿੱਚ ਫਾਈਨ ਹੈ, ਮਤਲਬ there is no imprisonment। see in 43 you denial of exigible fine up to 1 ਕਰੋੜ ਵੀ ਹੋ ਸਕਦਾ, ਠੀਕ ਹੈ, ਡਿਪੈਂਡਿੰਗ ਔਨ ਵਾਟ ਐਵਰ ਦ ਨੇਚਰ ਆਫ ਦ ਕੇਸ। ਬਾਕੀ ਦੀਆਂ ਜਿਵੇਂ 500 ਉਹ ਡੈਫੇਮੇਸ਼ਨ ਹੈ। ਪਹਿਲੀ ਗੱਲ ਤਾਂ ਡੈਫੇਮੇਸ਼ਨ ਦੀ ਤੁਸੀਂ 500 ਕਿਸੇ ਵਕੀਲ ਨੂੰ ਪੁੱਛ ਲਿਓ, IPC ਦੀ ਜਿਹੜੀ ਧਾਰਾ 500 ਹੈ, ਡੈਫੇਮੇਸ਼ਨ ਕੇਵਲ ਉਹ ਫਾਈਲ ਕਰ ਸਕਦਾ ਹੈ, ਪ੍ਰਾਈਵੇਟ ਕੰਪਲੇਂਟ ਉਸ ਬੰਦੇ ਨੂੰ ਦੇਣੀ ਪਊਗੀ ਜਿਹਦੇ ਵਿਰੁੱਧ ਡੈਫੇਮੇਸ਼ਨ ਹੋਈ ਹੈ, ਅੰਡਰ ਸੈਕਸ਼ਨ 500। ਇਟ ਵਿਲ ਬੀ ਅ ਪ੍ਰਾਈਵੇਟ ਕੰਪਲੇਂਟ by a person who has been defamed।
how is the SHO of cyber crime defamed? I am asking that question. ਠੀਕ ਹੈ ਨਾ ਜੀ, ਜੇ ਅਲੈਜਡਲੀ ਕਹਿੰਦੇ ਆ ਕਿ ਮੁੱਖ ਮੰਤਰੀ ਡਿਫੇਮ ਹੋਇਆ ਹੈ ਤੇ ਫਿਰ ਮੁੱਖ ਮੰਤਰੀ ਕੰਪਲੇਂਟ ਕਰਦਾ ਨਾ ਜੀ। ਮੈਂ SHO ਦਾ ਜ਼ਿਕਰ ਨਹੀਂ ਕੀਤਾ ਬ੍ਰਦਰ। ਨਹੀਂ ਮੈਂ ਤਾਂ ਯਾਰ ਗੱਬਰ ਸਿੰਘ ਵੱਲੋਂ ਤਾਂ FIR ਹੈ, ਕੰਪਲੇਂਟ ਤਾਂ ਸਾਈਬਰ ਕ੍ਰਾਈਮ ਵਾਲੇ ਵੱਲੋਂ ਹੈ ਨਾ। ਹੁਣ ਮੈਂ ਤੁਹਾਨੂੰ ਜ਼ਿਕਰ ਗੱਬਰ ਸਿੰਘ ਦਾ ਤਾਂ ਕਿਉਂਕਿ ਉਹ ਛੋਲੇ ਦਾ ਡਾਇਲੌਗ ਮੇਰੇ ਯਾਦ ਆ ਗਿਆ, ਮੈਂ ਤਾਂ ਗੱਬਰ ਸਿੰਘ ਦਾ ਨਾਂ ਲੈਤਾ। ਤੁਸੀਂ ਡੋਂਟ ਟੇਕ ਇਟ ਇਨ ਦ ਰੋਂਗ ਡਾਇਰੈਕਸ਼ਨ। ਮੈਂ ਇਹ ਕਹਿ ਰਿਹਾ ਕਿ ਜਿਹੜੀ ਸਾਡੀ ਲੀਗਲ ਟੀਮ ਹੈ ਉਹ ਐਗਜ਼ਾਮਿਨ ਕਰੂਗੀ ਜਿਸ ਕਿਸੇ ਪੁਲਿਸ ਆਫਿਸਰ ਦਾ ਵੀ ਇਸ FIR ਦੇ ਵਿੱਚ, ਇਸ ਇਲੀਗਲ FIR ਦੇ ਵਿੱਚ ਰੋਲ ਹੋਇਆ, ਉਸ ਆਫਿਸਰ ਨੂੰ ਕੋਰਟ ਲੈ ਕੇ ਜਾਊਂਗਾ ਮੈਂ। ਆਈ ਵਿਲ ਨਾਟ ਲੈਟ ਦਿਸ ਮੈਟਰ ਰੈਸਟ। ਇਸ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਊਂਗਾ ਮੈਂ। ਫਿਰ ਉਹ ਰਿਪੀਟ ਕਰ ਦਿਆਂ ਤਾਂ ਕਿ ਕਿਸੇ ਵਿਰੁੱਧ ਵੀ ਕੋਈ ਇਲੀਗਲ FIR ਜਾਂ ਕੰਮ ਕਰਨ ਤੋਂ ਪਹਿਲਾਂ ਕੋਈ ਵੀ ਆਫਿਸਰ 100 ਵਾਰੀ ਸੋਚੇ।